ਅੰਮ੍ਰਿਤ ਵੇਲੇ ਰੁੱਤ ਅਨੁਸਾਰ 2:15 ਜਾਂ 3 ਵਜੇ ਦਰਸ਼ਨੀ ਡਿਉੜੀ ਦੇ ਕਿਵਾੜ ਖੁੱਲ੍ਹਣ ਤੋਂ ਪਹਿਲਾਂ ਹੀ ਦਰਸ਼ਨ ਪਿਆਸੀਆਂ ਸੰਗਤਾਂ ਬੰਦ ਕਿਵਾੜਾਂ ਅੱਗੇ ਆ ਜੁੜਦੀਆਂ ਹਨ। ਸੁਖਮਨੀ ਸਾਹਿਬ ਦਾ ਪਾਠ ਸੰਪੰਨ ਹੁੰਦਾ ਹੈ ਤਾਂ ਦਰਸ਼ਨ ਦੀਜੇ ਖੋਲ ਕਿਵਾੜ ਦੀ ਬਿਲਬਲ ਧੁਨੀ ਸੰਗਤਾਂ ਦੇ ਮੁਖ ਤੋਂ ਗੂੰਜਣ ਲੱਗਦੀ ਹੈ। ਸੰਗਤਾਂ ਪ੍ਰਵੇਸ਼ ਕਰਦੀਆਂ ਹਨ ਤਾਂ ਦਿਨ ਪਹਿਲੇ ਦੀ ਚੌਂਕੀ ਦਾ ਕੀਰਤਨ ਹੋ ਰਿਹਾ ਹੁੰਦਾ ਹੈ। ਇਸ ਤੋਂ ਉਪਰੰਤ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਹੁੰਦਾ ਹੈ। ਕਿਵਾੜ ਖੁੱਲ੍ਹਣ ਤੋਂ 2 ਘੰਟੇ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਪ੍ਰਵੇਸ਼ ਕਰੇਗੀ। ਕੋਠਾ ਸਾਹਿਬ ਵਿੱਚ ਪਾਵਨ ਬੀੜ ਦੀ ਤਿਆਰੀ ਹੋ ਰਹੀ ਹੈ। ਸੰਗਤਾਂ ਦੇ ਹਿਰਦੇ ਮਹਾਰਾਜ ਦੀ ਸਵਾਰੀ ਦੇ ਦੀਦਾਰ ਕਰਨ ਲਈ ਬਹਿਬਲ ਹਨ। ਨੈਣ ਮਹਿੰਜੇ ਤਰਸਦੇ ਕਦ ਪਸੀ ਦੀਦਾਰ ਵਾਲਾ ਮਾਹੌਲ ਹੈ ਤੇ ਫਿਰ ਉਹ ਵਡਭਾਗਾ ਪਾ ਲਾਉਂਦਾ ਹੈ। ਨਗਾਰੇ ਦੀ ਝੋਟ ਵੱਜਦੀ ਹੈ। ਗ੍ਰੰਥੀ ਸਾਹਿਬ ਮੱਥਾ ਟੇਕ ਕੇ ਕੋਠਾ ਸਾਹਿਬ ਵਿੱਚ ਪ੍ਰਵੇਸ਼ ਕਰਦੇ ਹਨ। ਅਰਦਾਸ ਕਰਨ ਤੋਂ ਬਾਅਦ ਪਾਵਨ ਬੀੜ ਉਹਨਾਂ ਦੇ ਸਿਰ ਉੱਤੇ ਟਿਕਾਈ ਜਾਂਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਪਿੱਛੇ ਧੀਮੀ ਤੋਰੇ ਸੰਗਤ ਹਰਿਮੰਦਰ ਸਾਹਿਬ ਵੱਲ ਤੁਰਦੀ ਹੈ। ਕੋਠਾ ਸਾਹਿਬ ਤੋਂ ਅਕਾਲ ਤਖਤ ਸਾਹਿਬ ਆ ਕੇ ਪਾਵਨ ਬੀੜ ਨੂੰ ਪਾਲਕੀ ਵਿੱਚ ਸੁਸ਼ੋਭਿਤ ਕੀਤਾ ਜਾਂਦਾ ਹੈ। ਫੁੱਲਾਂ ਦੇ ਸੇਰੇ ਸਜਾਏ ਜਾਂਦੇ ਹਨ। ਪਾਲਕੀ ਲੈ ਕੇ ਸੰਗਤ ਸ਼੍ਰੀ ਹਰਿਮੰਦਰ ਸਾਹਿਬ ਵੱਲ ਚੱਲ ਪੈਂਦੀ ਹੈ। ਵਾਰੀ-ਵਾਰੀ ਪਾਲਕੀ ਹੇਠ ਮੋਢਾ ਦੇ ਕੇ ਸੰਗਤ ਵਿੱਚ ਸ਼ਾਮਲ ਲੋਕ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਨ। ਦਰਸ਼ਨੀ ਡਿਉੜੀ ਵਿੱਚ ਪ੍ਰਵੇਸ਼ ਕਰਨ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਤੇ ਨਗਾਰਾ ਵੱਜਦਾ ਰਹਿੰਦਾ ਹੈ। ਨਗਾਰੇ ਦੀ ਧੁਨ ਬੰਦ ਹੁੰਦੇ ਸਾਰੀ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਾਈ ਦੇਣ ਲੱਗ ਪੈਂਦਾ ਹੈ। ਪਾਲਕੀ ਸ਼੍ਰੀ ਹਰਿਮੰਦਰ ਸਾਹਿਬ ਦੇ ਦੁਆਰ ਤੇ ਆ ਜਾਂਦੀ ਹੈ। ਉਸ ਨੂੰ ਸਤਿਕਾਰ ਨਾਲ ਅੰਦਰ ਲਿਜਾਇਆ ਜਾਂਦਾ ਹੈ। ਇਸ ਦੌਰਾਨ ਆਸਾ ਜੀ ਦੀ ਵਾਰ ਦਾ ਕੀਰਤਨ ਕੁਝ ਸਮੇਂ ਲਈ ਰੁਕ ਜਾਂਦਾ ਹੈ। ਸੰਗਤ ਸਤਿਕਾਰ ਵਿੱਚ ਖੜੀ ਹੋ ਜਾਂਦੀ ਹੈ ਤੇ ਇਕੱਠਿਆਂ ਸਤਨਾਮ ਵਾਹਿਗੁਰੂ ਦੀ ਧੁਨੀ ਦਾ ਜਾਪ ਕਰਦੀ ਹੈ। ਇਸ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਸਤਿਕਾਰ ਸਹਿਤ ਮੰਜੀ ਸਾਹਿਬ ਤੇ ਸੁਸ਼ੋਭਿਤ ਕਰ ਦਿੱਤਾ ਜਾਂਦਾ ਹੈ। ਸੰਗਤ ਫਤਿਹ ਬੁਲਾਉਂਦੀ ਹੈ। ਗ੍ਰੰਥੀ ਸਾਹਿਬ ਤਾਬਿਆਂ ਵਿੱਚ ਬੈਠ ਜਾਂਦੇ ਹਨ ਤੇ ਸੰਗਤ ਪਹਿਲਾਂ ਵਾਂਗ ਸੱਜ ਜਾਂਦੀ ਹੈ। ਸਵਈਆਂ ਦੇ ਪਾਠ ਦੇ ਨਾਲ ਹੀ ਪ੍ਰਕਾਸ਼ ਕਰਨ ਦੀ ਵਿਧੀ ਸ਼ੁਰੂ ਹੋ ਜਾਂਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੋਣ ਉਪਰੰਤ ਵਾਕ ਲਿਆ ਜਾਂਦਾ ਹੈ। ਵਾਕ ਨੂੰ ਗੁਰੂ ਦੇ ਫਰਮਾਨ ਜਾਂ ਹੁਕਮਨਾਮੇ ਦੇ ਤੌਰ ਤੇ ਗ੍ਰਹਿਣ ਕੀਤਾ ਜਾਂਦਾ ਹੈ। ਹੁਕਮਨਾਮੇ ਤੋਂ ਉਪਰੰਤ ਅਰਦਾਸ ਕੀਤੀ ਜਾਂਦੀ ਹੈ ਤੇ ਜਿੱਥੇ ਵੀ ਕਿਤੇ ਕੋਈ ਅਰਦਾਸ ਦੀ ਆਵਾਜ਼ ਸੁਣਦਾ ਹੈ ਹੱਥ ਜੋੜ ਕੇ ਸ਼ਰਧਾ ਸਹਿਤ ਖੜਾ ਹੋ ਜਾਂਦਾ ਹੈ। ਅਰਦਾਸ ਤੋਂ ਬਾਅਦ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾਂਦੀ ਹੈ ਤੇ ਆਸਾ ਜੀ ਦੀ ਵਾਰ ਤੇ ਕੀਰਤਨ ਦਾ ਪੁਨਰ ਆਰੰਭ ਹੁੰਦਾ ਹੈ। ਉਸ ਦੀ ਸਮਾਪਤੀ ਉਪਰੰਤ ਅਰਦਾਸ ਹੁੰਦੀ ਹੈ ਤੇ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਫੇਰ ਪੜਿਆ ਜਾਂਦਾ ਹੈ। ਇਸ ਉਪਰੰਤ ਸਾਰਾ ਦਿਨ ਕੀਰਤਨ ਦਾ ਪਾਵਨ ਪ੍ਰਵਾਹ ਚੱਲਦਾ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ, ਦਸਮ ਪਾਤਸ਼ਾਹ, ਭਾਈ ਗੁਰਦਾਸ ਤੇ ਭਾਈ ਨੰਦ ਲਾਲ ਜੀ ਦੀ ਰਚਨਾ ਤੋਂ ਬਿਨਾਂ ਕਿਸੇ ਹੋਰ ਰਚਨਾ ਦਾ ਕੀਰਤਨ ਨਹੀਂ ਹੁੰਦਾ। ਦੂਰੋਂ ਨੇੜਿਓਂ ਸੰਗਤਾਂ ਹੁਮਾ ਕੇ ਸਿੱਖਾਂ ਦੇ ਸਭ ਤੋਂ ਪ੍ਰਸਿੱਧ ਧਾਰਮਿਕ ਅਸਥਾਨ ਤੇ ਆਉਂਦੀਆਂ ਹਨ। ਜੋੜੇ ਖਾਨੇ ਵਿੱਚ ਆਪਣੇ ਜੋੜੇ ਜਮ੍ਹਾਂ ਕਰਵਾ ਕੇ ਸਜਰੇ ਵਗਦੇ ਪਾਣੀ ਵਿੱਚ ਪੈਰ ਧੋ ਕੇ ਪਰਿਕਰਮਾ ਵਿੱਚ ਪ੍ਰਵੇਸ਼ ਕਰਦੀਆਂ ਹਨ। ਪਰਿਕਰਮਾ ਜਿਸ ਵਿੱਚ ਦੁੱਖ ਭੰਜਨੀ ਬੇਰੀ ਤੋਂ ਇਲਾਵਾ ਉਹ ਮੁਕੱਦਸ ਬੇਰੀ ਵੀ ਹੈ, ਜਿਸ ਦੇ ਹੇਠ ਬੈਠ ਕੇ ਬਾਬਾ ਬੁੱਢਾ ਜੀ ਸ਼੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਦੀ ਦੇਖ ਰੇਖ ਕਰਦੇ ਹੁੰਦੇ ਸਨ। ਪਰਿਕਰਮਾ ਜਿਸ ਵਿੱਚ ਬਾਬਾ ਦੀਪ ਸਿੰਘ ਜੀ ਦੀ ਲਾਸਾਨੀ ਬਹਾਦਰੀ, ਸਿਦਕ ਤੇ ਗੁਰੂ ਦਰ ਦੇ ਪ੍ਰੇਮ ਦੀ ਪਾਵਨ ਯਾਦਗਾਰ ਸਥਿਤ ਹੈ। ਪਰਿਕਰਮਾ ਦੇ ਚੌਹਾਂ ਕੋਨਿਆਂ ਵਿੱਚ ਸ਼ੀਤਲ ਜਲ ਦੀਆਂ ਛਬੀਲਾਂ ਹਨ। ਸਿੱਖ ਇਤਿਹਾਸ ਨਾਲ ਸੰਬੰਧਿਤ ਸਿੱਖ ਅਜਾਇਬ ਘਰ ਦੀਆਂ ਪੌੜੀਆਂ ਵੀ ਪਰਿਕਰਮਾ ਵਿੱਚੋਂ ਹੀ ਚੜ੍ਹਦੀਆਂ ਹਨ। ਪਰਿਕਰਮਾ ਦੇ ਨਾਲ ਹੀ ਸਥਿਤ ਹਨ ਉਹ ਇਤਿਹਾਸਿਕ ਪੁੰਗੇ ਜਿਹੜੇ ਉਹਨਾਂ ਸਮਿਆਂ ਦੀ ਯਾਦ ਕਰਾਉਂਦੇ ਨੇ ਜਦੋਂ ਦਲ ਖਾਲਸਾ ਦੀ ਅਗਵਾਈ ਵਿੱਚ
ਸਿੱਖ ਮਿਸਲਾਂ ਖਾਲਸੇ ਦੀ ਰਾਜਸੀ ਖੁਦਮੁਖਤਿਆਰੀ ਲਈ ਜੂਝ ਰਹੀਆਂ ਸਨ। ਇਸ ਪਾਵਨ ਪਰਿਕਰਮਾ ਤੋਂ ਗੁਜ਼ਰਦਿਆਂ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਹੋ ਰਹੇ ਕੀਰਤਨ ਦੀ ਮਧੁਰ ਧੁਨ ਸਾਰੇ ਦ੍ਰਿਸ਼ ਨੂੰ ਇਲਾਹੀ ਰੰਗਣ ਵਿੱਚ ਰੰਗ ਦਿੰਦੀ ਹੈ। ਨੀਲੇ ਅੰਮ੍ਰਿਤ ਸਰੋਵਰ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਅਕਸ ਸਤਿਗੁਰਾਂ ਦੇ ਪ੍ਰੇਮ ਵਿੱਚ ਭਿੱਜ ਰਹੀਆਂ ਰੂਹਾਂ ਨੂੰ ਅਲੌਕਿਕ ਸਕੂਨ ਦਿੰਦਾ ਹੈ। ਅੰਮ੍ਰਿਤ ਸਰੋਵਰ ਦਾ ਇਸ਼ਨਾਨ ਵਜੂਦ ਨੂੰ ਤਰੰਗਿਤ ਕਰ ਦਿੰਦਾ ਹੈ। ਕੜਾਹ ਪ੍ਰਸ਼ਾਦ ਦੀ ਮਹਿਕ ਅੰਨ ਦੇ ਦੈਵੀਪਨ ਦੀ ਪ੍ਰਤੀਤ ਕਰਵਾਉਂਦੀ ਹੈ। ਦਰਸ਼ਨੀ ਡਿਉੜੀ ਵਿੱਚ ਦਾਖਲ ਹੋ ਕੇ ਸ਼੍ਰੀ ਹਰਿਮੰਦਰ ਸਾਹਿਬ ਦੇ ਪਾਵਨ ਥਰਾਂ ਤੇ ਮੱਥਾ ਟੇਕਣ ਦੇ ਪਲ ਵਿਸਮਾਰ ਤੇ ਪ੍ਰੇਮ ਵਿੱਚ ਰੰਗੇ ਹੁੰਦੇ ਹਨ। ਸ਼੍ਰੀ ਹਰਿਮੰਦਰ ਸਾਹਿਬ ਦੀ ਨਿਤਨੇਮੀ ਮਰਿਆਦਾ ਤੋਂ ਇਲਾਵਾ ਗੁਰੂ ਸਾਹਿਬਾਨ ਨਾਲ ਸੰਬੰਧਿਤ ਗੁਰਪੁਰਬ ਤੇ ਕੁਝ ਹੋਰ ਇਤਿਹਾਸਿਕ ਦਿਹਾੜੇ ਬਹੁਤ ਸ਼ਰਧਾ ਤੇ ਉਮਾਨ ਨਾਲ ਮਨਾਏ ਜਾਂਦੇ ਹਨ। ਗੁਰੂ ਨਾਨਕ ਦੇਵ ਜੀ, ਗੁਰੂ ਰਾਮਦਾਸ ਜੀ, ਗੁਰੂ ਤੇਗ ਬਹਾਦਰ ਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਤੇ ਗੁਰੂ ਹਰਗੋਬਿੰਦ ਜੀ ਦੇ ਗੁਰਗੱਦੀ ਦਿਵਸ ਦੇ ਮੌਕੇ ਤੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਜਲੌਹ ਸਜਾਏ ਜਾਂਦੇ ਹਨ, ਜਿਨ੍ਹਾਂ ਵਿੱਚ ਤੋਸ਼ਾਖਾਨੇ ਤੋਂ ਲਿਆਂਦੀਆਂ ਕੀਮਤੀ ਵਸਤੂਆਂ ਦੇ ਦਰਸ਼ਨ ਕਰਵਾਏ ਜਾਂਦੇ ਹਨ। ਹਰ ਰੋਜ਼ ਗੁਰੂ ਦਾ ਅਟੁੱਟ ਲੰਗਰ ਵਰਤਦਾ ਹੈ। ਸਭ ਜਾਤਾਂ, ਧਰਮਾਂ, ਇਲਾਕਿਆਂ ਦੇ ਲੋਕ ਇੱਕ ਕਤਾਰ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ ਹਨ। ਸੰਗਤਾਂ ਲੰਗਰ ਦੀ ਸੇਵਾ ਕਰਕੇ ਆਪਣੇ ਆਪ ਨੂੰ ਵਡਭਾਗੀ ਸਮਝਦੀਆਂ ਹਨ। ਬੁੱਧਵਾਰ ਅਤੇ ਐਤਵਾਰ ਸ਼੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉੜੀ ਦੇ ਸਾਹਮਣੇ ਸੁਸ਼ੋਭਿਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤ ਅਭਿਲਾਖੀਆਂ ਨੂੰ ਅੰਮ੍ਰਿਤ ਛਕਾਇਆ ਜਾਂਦਾ ਹੈ। ਸ਼੍ਰੀ ਅਕਾਲ ਤਖਤ ਦੇ ਸਨਮੁਖ ਹਰ ਰੋਜ਼ ਢਾਡੀ ਵਾਰਾਂ ਗਾਉਂਦੇ ਹਨ। ਢਾਡੀਆਂ ਦੇ ਗਾਉਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਦਾ ਨਿਯਤ ਕੀਤਾ ਹੋਇਆ ਹੈ। ਢਾਡੀਆਂ ਤੇ ਰਾਗੀਆਂ ਦਾ ਸੰਬੰਧ ਮੀਰੀ ਪੀਰੀ ਦੇ ਪ੍ਰਸੰਗ ਵਿੱਚ ਸਮਝਿਆ ਜਾ ਸਕਦਾ ਹੈ। ਸਿੱਖ ਪੰਥ ਵਿੱਚ ਮੀਰੀ ਅਤੇ ਪੀਰੀ ਦੀ ਸਾਂਝ ਹੈ, ਪਰ ਨਾਲ ਦੀ ਨਾਲ ਇਹ ਵੀ ਸਮਝਾਇਆ ਗਿਆ ਹੈ ਕਿ ਪੀਰੀ ਦਾ ਦਰਜਾ ਮੀਰੀ ਤੋਂ ਉੱਚਾ ਹੈ। ਅਕਾਲ ਤਖਤ ਸਾਹਿਬ ਦੇ ਕੋਲ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਵੀ ਇਸ ਗੱਲ ਦੀ ਸ਼ਾਦੀ ਭਰਦੇ ਹਨ। ਮੀਰੀ ਦਾ ਨਿਸ਼ਾਨ ਸਾਹਿਬ ਪੀਰੀ ਦੇ ਨਿਸ਼ਾਨ ਸਾਹਿਬ ਤੋਂ ਨੀਵਾਂ ਹੈ। ਸ਼੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚੋਂ ਹੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵੱਲ ਰਸਤਾ ਜਾਂਦਾ ਹੈ, ਜਿੱਥੇ ਹਰ ਰੋਜ਼ ਦੀਵਾਨ ਸਜਦਾ ਹੈ ਤੇ ਕੀਰਤਨ ਉਪਰੰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਹੁਕਮਨਾਮੇ ਦੀ ਕਥਾ ਕੀਤੀ ਜਾਂਦੀ ਹੈ। ਇਸ ਦੇ ਕੋਲ ਹੀ ਸਿੱਖ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣ ਵਾਲੀ ਪ੍ਰਮੁੱਖ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦਾ ਦਫ਼ਤਰ ਹੈ। ਦੂਰ ਦਰਾਜ਼ ਤੋਂ ਆਈਆਂ ਸੰਗਤਾਂ ਦੇ ਨਿਵਾਸ ਲਈ ਸਰਾਵਾਂ ਬਣੀਆਂ ਹੋਈਆਂ ਹਨ। ਸਿੱਖ ਇਤਿਹਾਸ ਦੇ ਖੋਜੀਆਂ ਵਾਸਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਸਮੂਹ ਸੰਗਤ ਲਈ ਪਬਲਿਕ ਲਾਇਬ੍ਰੇਰੀ ਵੀ ਇੱਥੇ ਹੀ ਸਥਿਤ ਹਨ। ਇਸ ਤੋਂ ਕੁਝ ਦੂਰੀ ਤੇ ਹੀ ਸ਼੍ਰੀ ਬਾਬਾ ਅਟਲ ਦਾ ਅਸਥਾਨ ਸੁਸ਼ੋਭਿਤ ਹੈ। ਇਸ ਧਰਤੀ ਦਾ ਜ਼ਰਰਾ ਜ਼ਰਰਾ ਪ੍ਰੇਮ, ਕੁਰਬਾਨੀ ਤੇ ਸ਼ਰਧਾ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਪਾਵਨ ਸ਼ਬਦਾਂ ਤੇ ਸੁਰਾਂ ਦੀਆਂ ਤਰੰਗਾਂ ਨਿਸ ਦਿਨ ਤਨ ਮਨ ਨੂੰ ਹਰਿਆਵਲੇ ਕਰਦੀਆਂ ਹਨ। ਅੰਮ੍ਰਿਤ ਵੇਲਾ ਸਵੇਰਾ, ਦੁਪਹਿਰ ਤੇ ਫਿਰ ਸ਼ਾਮ ਹੋ ਜਾਂਦੀ ਹੈ। ਰਹਿਰਾਸ ਸਾਹਿਬ ਦਾ ਪਾਠ ਹੁੰਦਾ ਹੈ, ਫਿਰ ਆਰਤੀ ਦਾ ਕੀਰਤਨ। ਉਸ ਉਪਰੰਤ ਅਕਾਲ ਤਖਤ ਸਾਹਿਬ ਵਿਖੇ ਸ਼ਸਤਰਾਂ ਦਾ ਜਲੌਹ ਦਿਖਾਇਆ ਜਾਂਦਾ ਹੈ। ਅਸਮਾਨ ਤੇ ਤਾਰੇ ਜਗ ਪੈਂਦੇ ਹਨ। ਕੀਰਤਨ ਦਾ ਪ੍ਰਵਾਹ ਨਿਰੰਤਰ ਚੱਲਦਾ ਰਹਿੰਦਾ ਹੈ। ਅਰਦਾਸ ਉਪਰੰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਰੁੱਤ ਅਨੁਸਾਰ ਲਗਭਗ 10 ਜਾਂ 11 ਵਜੇ ਕੋਠਾ ਸਾਹਿਬ ਵਿਖੇ ਲਿਆਈ ਜਾਂਦੀ ਹੈ। ਉਸੇ ਅਪਾਰ ਸ਼ਰਧਾ ਤੇ ਉਮਾ ਨਾਲ ਜਿਹੜਾ ਉਮਾ ਤੇ ਉਤਸ਼ਾਹ ਅੰਮ੍ਰਿਤ ਵੇਲੇ ਕੋਠਾ ਸਾਹਿਬ ਤੋਂ ਰਵਾਨਗੀ ਵੇਲੇ ਵਿਦਮਾਨ ਸੀ। ਦਰਸ਼ਨੀ ਡਿਉੜੀ ਦੇ ਦਰਵਾਜ਼ੇ ਬੰਦ ਹੋ ਜਾਂਦੇ ਹਨ ਤੇ ਸ਼੍ਰੀ ਹਰਿਮੰਦਰ ਸਾਹਿਬ ਦੀ ਸਫਾਈ ਦੀ ਸੇਵਾ ਸ਼ੁਰੂ ਹੋ ਜਾਂਦੀ ਹੈ। ਸਫਾਈ ਉਪਰੰਤ ਜਲ ਤੇ ਦੁੱਧ ਨਾਲ ਫਰਸ਼ ਨੂੰ ਧੋਤਾ ਜਾਂਦਾ ਹੈ, ਜਿਸ ਨੂੰ ਇਸ਼ਨਾਨ ਸੇਵਾ ਕਿਹਾ ਜਾਂਦਾ ਹੈ। ਇਸ਼ਨਾਨ ਸੇਵਾ ਵਿੱਚ ਸਿਰਫ ਅੰਮ੍ਰਿਤਧਾਰੀ ਹੀ ਸ਼ਾਮਿਲ ਹੋ ਸਕਦੇ ਹਨ। ਫਿਰ ਦੂਜੇ ਦਿਨ ਦਾ ਅੰਮ੍ਰਿਤ ਵੇਲਾ ਹੁੰਦਾ ਹੈ। ਦਰਸ਼ਨੀ ਡਿਉੜੀ ਦੇ ਕਿਵਾੜ ਖੁੱਲਦੇ ਹਨ। ਸੰਗਤਾਂ ਪ੍ਰਵੇਸ਼ ਕਰਦੀਆਂ ਹਨ। ਕੀਰਤਨ ਦੀ ਪਾਵਨ ਧੁਨੀ ਫਿਜ਼ਾ ਵਿੱਚ ਗੂੰਜਦੀ ਹੈ। ਸ਼੍ਰੀ ਹਰਿਮੰਦਰ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਆਗਮਨ ਤੇ ਪ੍ਰਕਾਸ਼ ਹੁੰਦਾ ਹੈ। ਹੁਕਮਨਾਮੇ ਦੀ ਬਖਸ਼ਿਸ਼ ਹੁੰਦੀ ਹੈ। ਸਤਿਗੁਰਾਂ ਦੇ ਪਿਆਰ ਦੇ ਪਰਸੇ ਪਾਵਨ ਸ਼੍ਰੀ ਹਰਿਮੰਦਰ ਦੇ ਦਰਾਂ ਤੇ ਇੱਕ ਨਵਾਂ ਦਿਨ ਇਲਾਹੀ ਕੀਰਤਨ, ਸੇਵਾ, ਸਾਂਝੀ ਫਾਲਤਾ, ਸੱਚ, ਦਇਆ
ਤੇ ਪ੍ਰੇਮ ਦੇ ਰੰਗਾਂ ਵਿੱਚ ਰੰਗੇ ਜਾਣ ਲਈ ਸੁਭਾਇਮਾਨ ਹੋ ਜਾਂਦਾ ਹੈ। सा धरती पई हरियावली, सा धरती पई हरियावली। सा धरती पई हरियावली, जिथे मेरा सतगुर बैठाया है। जिथे मेरा सतगुर बैठाया है। सा धरती पई हरियावली, सा धरती पई हरियावली।